ਤੇ ਇਸ ਤੋਂ ਉੱਠਣਾ ਚਾਹੁੰਦੀ ਹਾਂ। ਵਾਹਿਗੁਰੂ ਜੀ ਦੇ ਨਾਲ ਆਪਣੇ ਵੱਲੋਂ ਆਪਣੇ ਨੂੰ ਜ਼ਿਆਦਾ ਤੋਂ ਜ਼ਿਆਦਾ ਟਾਈਮ ਸਪੈਂਡ ਕਰਕੇ ਗੁਰਬਾਣੀ ਪੜ੍ਹਨਾ ਵੀ ਚਾਹੁੰਦੀ ਹਾਂ, ਪਰ ਸੇਵਾ ਵੀ ਕਰ ਲੈਂਦੀ ਹਾਂ। ਜੋ ਕੁਛ ਵਾਹਿਗੁਰੂ ਕਰਾਉਂਦਾ ਮੈਂ ਕਰ ਲੈਂਦੀ ਹਾਂ, ਪਰ ਮੈਨੂੰ ਮੌਤ ਦਾ ਡਰ ਹਰ ਵੇਲੇ, ਹਰ 2-4 ਘੰਟੇ ਬਾਅਦ ਜਰਾ ਜਿਹਾ ਮੈਨੂੰ ਕੁਛ ਹੁੰਦਾ ਲੱਗਦਾ ਬਸ ਮੈਂ ਮਰ ਜਾਵਾਂਗੀ, ਮੈਂ ਮਰਾਂਗੀ, ਮੈਂ ਕਿੱਥੇ ਜਾਵਾਂਗੀ, ਕੀ ਹੋਏਗਾ। 70 ਸਾਲ ਦੀ ਮੈਂ ਹੋਣ ਲੱਗੀ ਹਾਂ, ਪਰ ਮੈਨੂੰ ਬਹੁਤ ਘਬਰਾਹਟ ਹੁੰਦੀ ਹੈ। ਮੈਂ ਕਿ ਡਰ ਕਿਸ ਤਰ੍ਹਾਂ ਦੂਰ ਕਰਾਂ। ਹਾਂ, ਇੱਕ ਘਬਰਾਹਟ ਤਾਂ ਹੀ ਦੂਰ ਹੋ ਸਕਦੀ ਹੈ ਕਿ ਤੁਸੀਂ ਮੌਤ ਨੂੰ ਐਕਸੈਪਟ ਕਰ ਲਓ। ਮਰਨ ਤੋਂ ਬਾਅਦ ਕੁਛ ਵੀ ਨਹੀਂ ਹੈ। ਆਪ ਮੋਇਆ ਜਗ ਭਰ ਲਓ, ਅੱਗੇ ਕੁਛ ਵੀ ਨਹੀਂ ਹੈ। ਔਰ ਕੁਦਰਤ ਦੇ ਨਿਯਮ ਸਿਸਟਮ ਵਿੱਚ ਅਸੀਂ ਸਾਰਿਆਂ ਨੇ ਇੱਕ ਨਾ ਇੱਕ ਦਿਨ ਮਰਨਾ, ਜੋ ਸੋ ਬਿਨਸ ਹੈ ਨਾ। ਹਾਂਜੀ, ਤਾਂ ਤੁਸੀਂ ਡਰੋ ਨਹੀਂ, ਮੌਤ ਕੋਲੋਂ ਡਰੋ ਨਹੀਂ। ਡਰਨ ਨਾਲ ਵੀ ਮੌਤ ਆਏਗੀ, ਨਾ ਡਰਨ ਨਾਲ ਵੀ ਮੌਤ ਆਏਗੀ, ਉਹ ਤੇ ਆਏਗੀ। ਪਰ ਮੌਤ ਨੂੰ ਹਵਾ ਨਾ ਬਣਾਓ, ਘਬਰਾਓ ਨਹੀਂ। ਤੁਹਾਨੂੰ ਕੋਈ ਹੋਰ ਐਸੀਆਂ ਗੱਲਾਂ ਜਿਹੜੀਆਂ ਬੌਦਰ ਕਰੀਆਂ ਜਿਨ੍ਹਾਂ ਦੇ ਕਾਰਨ ਤੁਸੀਂ ਡਰਦੇ ਪਏ ਹੋ, ਡਰ ਦੇ ਕਾਰਨ ਤੁਹਾਨੂੰ ਮੌਤ ਦਾ ਉਹ ਫੀਅਰ ਹੋ ਰਿਹਾ। ਡਰ ਜਦੋਂ ਮੇਰੇ ਜਦੋਂ ਹਾਰਟ ਬੀਟ ਵੱਜ ਜਾਂਦੀ, ਮੈਂ ਮਰਨ ਲੱਗਿਆ, ਹਾਏ ਮੈਂ ਕਿੱਥੇ ਜਾਵਾਂਗੀ, ਮੈਨੂੰ ਤਾਂ ਗੁਰਬਾਣੀ ਮਿਲੇਗੀ ਕਿ ਨਹੀਂ ਮਿਲੇਗੀ, ਮੈਂ ਰਹਿ ਨਹੀਂ ਸਕਦੀ ਹਾਂ। ਮੈਂ ਕਿਸੇ ਡਾਕਟਰ ਕੋਲ ਵੀ ਜਾਣਾ ਹੋਏ ਤਾਂ ਮੈਂ ਕਹਿੰਦੀ ਹਾਂ ਮੇਰਾ ਟਾਈਮ ਖਰਾਬ, ਗੁਰਦੁਆਰੇ ਦਾ ਟਾਈਮ ਨਾ ਖਰਾਬ ਹੋਵੇ। ਮੈਂ ਮਤਲਬ ਹਰ ਮੇਰੀ ਪ੍ਰਾਇਓਰਿਟੀ ਹੁੰਦੀ ਹੈ ਕਿ ਮੈਂ ਵਾਹਿਗੁਰੂ ਜੀ ਦੇ ਨਾਲ ਜੁੜਾਂ, ਜਿਸ ਤਰ੍ਹਾਂ ਉਹ ਜੁੜਵਾਉਂਦਾ ਹੈ। ਯਾਨੀ ਕਿ ਮੈਂ ਫੁੱਲੀ ਕੋਈ ਜੁੜੀ ਹੋਈ ਹਾਂ, ਪਰ ਮੈਂ ਮਤਲਬ ਬਚਪਨ ਤੋਂ ਹੀ ਮੈਂ ਤਰਨ ਸਾਹਿਬ ਦੀ ਰਹਿਣ ਵਾਲੀ। ਮੇਰੇ ਘਰ ਦੇ ਸਾਹਮਣੇ ਗੁਰਦੁਆਰਾ ਸੀ, ਉਹਨਾਂ ਨੇ ਬਚਪਨ 'ਚ ਸਾਡੇ ਵਾਸਤੇ ਸ਼ਬਦ ਪੜ੍ਹਿਆ, ਜਬ ਲਗ ਤੇਲ ਦੀਵੇ ਮੁਖ ਪਾਤੀ। ਉਸ ਦਿਨ ਦਾ ਮੇਰੇ ਦਿਲ ਦੇ ਉੱਤੇ ਮਤਲਬ ਕਿ ਗੁਰਬਾਣੀ ਵੱਲ ਇੰਟਰਸਟ ਬਹੁਤ ਪਿਆ, ਪਰ ਮੈਨੂੰ ਡਰ ਮੌਤ ਦਾ ਲੱਗਦਾ। ਮੈਂ ਹਾਂ ਜੀ, ਤੁਸੀਂ ਹੁਣ ਕਿਸ ਗੱਲ ਤੋਂ ਡਰਦੇ ਹੋ? ਮਰਨ ਤੋਂ ਬਾਅਦ ਤੇ ਵੈਸੇ ਕੁਛ ਹੈ ਹੀ ਨਹੀਂ ਹੈ। ਮਰਨ ਤੋਂ ਬਾਅਦ ਨਾ ਗੁਰਬਾਣੀ ਮਿਲੇਗੀ, ਨਾ ਗੁਰਦੁਆਰਾ ਮੰਦਿਰ ਮਸਜਿਦ ਮਿਲੇਗਾ, ਨਾ ਭੈਣ ਭਰਾ ਮਿਲਣਗੇ, ਨਾ ਪੈਸਾ ਮਿਲੇਗਾ, ਨਾ ਡੰਨਪ ਮਿਲੇਗਾ, ਨਾ ਬਾਥਰੂਮ ਮਿਲੇਗਾ, ਨਾ ਕਾਰ ਮਿਲੇਗੀ, ਕੁਛ ਨਹੀਂ ਮਿਲੇਗਾ। ਮਰਨ ਤੋਂ ਬਾਅਦ ਕੁਛ ਹੈ ਹੀ ਨਹੀਂ। ਫਿਰ ਜਿਹੜੇ ਕਹਿੰਦੇ ਕਿ ਤੁਹਾਡੇ ਅੰਦਰ ਦੇ ਸੰਸਕਾਰ ਜਿਹੜੇ ਤੁਸੀਂ ਅੱਜ ਬੀਜਿਆ ਉਹ ਉੱਥੇ ਖਾਣਾ, ਮਤਲਬ ਨਹੀਂ, ਅਸੀਂ ਇਹ ਡਿਸਕਸ ਕੀਤਾ ਇੱਥੇ ਹੀ ਹੈ। ਜੋ ਅਸੀਂ ਬੀਜਦੇ ਹਾਂ, ਐਜ਼ ਯੂ ਸੋ ਸੋ ਸ਼ੈਲ ਯੂ ਰੀਪ। ਜੇ ਆਪ ਬੀਜੇ ਸੋ ਲੁਣੇ ਕਰਮਾ ਸੰਧੜਾ ਖੇਤ, ਉਹ ਇੱਥੇ ਹੀ ਹੈ। ਬਚਪਨ ਤੋਂ ਲੈ ਕੇ ਮੈਂ ਹੁਣ ਤੱਕ ਜੋ ਬੀਜਿਆ ਉਹ ਮੈਨੂੰ ਨਾਲ ਦੇ ਨਾਲ ਉਹਦਾ ਰਿਜ਼ਲਟ ਨਿਕਲਦੇ ਰਹਿੰਦੇ ਨੇ। ਦਿਨ ਰਾਤ ਕਮਾਇੜੋ ਸੋ ਆਇਓ ਮੱਥ ਹੈ, ਉਹ ਸਾਡੇ ਮੱਥੇ ਲਿਖੇ ਭਾਗ ਸਾਹਮਣੇ ਆਉਂਦੇ ਨੇ। ਮਰਨ ਤੋਂ ਬਾਅਦ ਕੁਛ ਵੀ ਨਹੀਂ ਹੈ। ਜੇ ਤੁਸੀਂ ਇਹ ਦਿਮਾਗ ਬਣਾ ਲਓ ਨਾ ਮਰਨ ਤੋਂ ਬਾਅਦ ਕੁਛ ਨਹੀਂ ਹੈ, ਫਿਰ ਡਰ ਉਤਰ ਜਾਏਗਾ। ਪਰ ਮੈਂ ਰੋਜ਼ ਮਰਦੀ ਹਾਂ, ਰੋਜ਼ ਲੱਗਦਾ ਮੈਂ ਮਰ ਰਹੀ ਹਾਂ, ਕਿਉਂਕਿ ਮੈਨੂੰ ਹਰ ਘੰਟੇ 2 ਘੰਟੇ ਬਾਅਦ ਕੁਛ ਨਾ ਕੁਛ ਅੰਦਰ ਹੁੰਦਾ, ਤਾਂ ਮੈਨੂੰ ਲੱਗਦਾ ਬਸ ਮੈਂ ਮਰਨ ਲੱਗੀ ਹਾਂ। ਵਾਹਿਗੁਰੂ 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 ਵਾਹਿਗੁਰੂ, ਬਸ ਮੁझ से निकल रहा है। बस इसी फियर तो निकलना है ना। फियर नहीं निकलता। देखो भैन जी, मरण तो बाद कुछ नहीं है, ना जम है, ना नरक है, ना पैंडा रस्ता है कोई, ना हनेरा है। फिर क्यों लिखा है? ਇਹ ਜਿਹੜਾ ਕਿਉਂ ਲਿਖਿਆ ਉਹਦੇ ਅਰਥ ਹੋਰ ਨੇ। ਜੀਂਦੇ ਜੀ ਹੈ। ਜੇ ਮੈਂ ਆਤਮਕ ਮੌਤ ਮਰਦਾ ਨਾ, ਮੈਂ ਗਲਤ ਐਟੀਟਿਊਡ ਇਖਤਿਆਰ ਕਰਦਾ ਹਾਂ, ਆਪਣੀ ਡੈਸਟੀਨੀ ਗਲਤ ਬਣਾਉਂਦਾ, ਤਾਂ ਮੇਰੇ ਜੀਂਦੇ ਜੀ ਇੱਥੇ ਡਿਫਿਕਲਟ ਰਸਤਾ ਹੋ ਜਾਂਦਾ। ਉਹਨੂੰ ਕਹਿੰਦੇ ਨੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹ ਪੀੜਾ ਅੱਗੇ ਜਾਵਣਾ। ਇਹ ਅੱਗੇ ਰਾਹ ਪੀੜਾ ਨਹੀਂ ਹੈ। ਮੇਰਾ ਜ਼ਿੰਦਗੀ ਦਾ ਰਸਤਾ ਇੱਥੇ ਪੀੜਾ ਹੋ ਗਿਆ। ਮੀਨਸ ਮੈਂ ਡਿਪਰੈਸ਼ਨ ਨਹੀਂ ਚਲਾ ਜਾਵਾਂਗਾ, ਮੇਰੀ ਲੋਕਾਂ ਨਾਲ ਨਹੀਂ ਬਣੇਗੀ, ਮੈਂ ਲੋਕਾਂ ਨੂੰ ਨਫ਼ਰਤ ਕਰਾਂਗਾ, ਲੋਕਾਂ ਦੀ ਨਿੰਦਾ ਕਰਾਂਗਾ, ਆਪਣੇ ਆਪ ਨੂੰ ਸ਼ਰੀਫ ਸਮਝਾਂਗਾ, ਲੋਕਾਂ ਨਾਲ ਡਿਸਹਾਰਮਨੀ ਹੋ ਜਾਏਗੀ, ਤਾਂ ਮੇਰਾ ਡਰ ਫਿਕਰ ਚਿੰਤਾ ਮੈਨੂੰ ਡਿਪਰੈਸ਼ਨ ਵਿੱਚ ਲੈ ਜਾਏਗਾ। ਇਹਨੂੰ ਰਾਹ ਪੀੜਾ ਕਹਿੰਦੇ ਨੇ। ਮਰਨ ਤੋਂ ਬਾਅਦ ਕੋਈ ਰਾਹ ਪੀੜਾ ਨਹੀਂ ਹੁੰਦਾ। ਪਰ ਤਾਂ ਜਿੰਦੇ ਜੀ ਰਾਹ ਪੀੜਾ ਲੱਗ ਰਿਹਾ ਨਾ ਮੈਨੂੰ। ਤਾਂ ਜਿੰਦੇ ਜੀ ਰਾਹ ਪੀੜਾ ਕਿਹੜੀਆਂ ਗੱਲਾਂ ਕਰਕੇ ਲੱਗ ਰਿਹਾ ਉਹ ਦੱਸੋ ਨਾ। ਬਸ ਇੱਕ ਸਿਰ ਉੱਠਦੀਆਂ ਘਬਰਾਹਟ ਹੁੰਦੀ ਹੈ, ਹਾਰਟ ਬੀਟ ਵੱਜ ਜਾਂਦੀ ਹੈ, ਕੁਛ ਹੋ ਜਾਂਦਾ ਵੈ, ਦਵਾਈਆਂ ਡਾਕਟਰ ਨੂੰ ਦਿਖਾਉਂਦੇ ਕਹਿੰਦੇ ਇਹ ਰਾਹ ਪੀੜਾ ਨਹੀਂ ਹੈ। ਹਾਂ, ਬਿਮਾਰੀ ਲੱਗ ਗਈ ਹੈ, ਉਹਦੀ ਡਾਕਟਰ ਸਾਹਿਬ ਦਵਾਈ ਦਿੰਦੇ ਨੇ, ਇਹਨੂੰ ਰਾਹ ਪੀੜਾ ਨਹੀਂ ਕਹਿੰਦੇ ਨੇ। ਉਹ ਕਹਿੰਦੇ ਤੁਹਾਨੂੰ ਕੋਈ ਬਿਮਾਰੀ ਨਹੀਂ, ਤੁਸੀਂ ਸਾਈਕੈਟਰਿਸਟ ਕੋਲ ਜਾਓ, ਇਹ ਕਰੋ, ਕੁਛ ਨਹੀਂ, ਤੁਹਾਡੇ ਟੈਸਟ ਕੀਤੇ ਸਭ ਠੀਕ ਆਉਂਦੇ, ਤੁਹਾਨੂੰ ਅੰਦਰ ਕੋਈ ਖੌਫ ਬੈਠਾ ਹੈ। ਤੁਸੀਂ ਉਹ ਗੱਲਾਂ ਨਾ ਇਹ ਪਬਲਿਕ ਦੇ ਸਾਹਮਣੇ ਤੁਹਾਡੇ ਨਾਲ ਡਿਸਕਸ ਕਰਕੇ ਨਹੀਂ ਨਿਕਲ ਸਕਦੀਆਂ। ਤੋ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਕਿ ਤੁਹਾਡੇ ਪਤੀ ਕਰਕੇ ਗੜਬੜ ਹੈ, ਮੈਂ ਨਹੀਂ ਕਹਿ ਸਕਦਾ ਬੱਚਿਆਂ ਕਰਕੇ ਗੜਬੜ ਹੈ, ਮੈਂ ਨਹੀਂ ਕਹਿ ਸਕਦਾ ਤੁਹਾਡੀ ਸੱਸ ਕਰਕੇ ਗੜਬੜ ਹੈ, ਮੈਂ ਨਹੀਂ ਕਹਿ ਸਕਦਾ ਕਿ ਤੁਹਾਡੀ ਰਿਲੇਸ਼ਨਸ਼ਿਪਸ ਵਿੱਚ ਕਿੱਥੇ ਗੜਬੜ ਹੈ, ਪਰ ਉਹ ਗੱਲਾਂ ਕੋਈ ਹੋਰ ਨੇ ਜਿਨ੍ਹਾਂ ਦੇ ਕਾਰਨ ਤੁਹਾਡਾ ਫੀਅਰ ਵੱਧ ਰਿਹਾ। ਹਾਂਜੀ, ਥੈਂਕ ਯੂ। ਜਪਜੀ ਸਾਹਿਬ ਦੀ ਪੰਕਤੀ ਹੈ ਜੀ, ਸੰਜੋਗ ਵਿਯੋਗ ਦੋਏ ਕਾਰ ਚਲਾਵੇ, ਲੇਖੇ ਆਵੇ ਪਾਕ। ਹਾਂਜੀ, ਮੈਂ ਬਾਹਰ ਤੁਹਾਡਾ ਸੁਣ ਰਿਹਾ ਸੀਗਾ ਜਿਹਦੇ 'ਚ ਤੁਸੀਂ ਮੈਰੀ ਦੇ ਬਾਰੇ ਦੱਸਿਆ। ਸੰਜੋਗ ਵਿਯੋਗ ਦਾ ਇਹਦੀ ਕੋਈ ਤਾਲੁਕ ਨਹੀਂ ਹੈ, ਉਹ ਪੰਕਤੀ ਦੇ ਅਰਥ ਨਹੀਂ ਨੇ ਇਹਦੇ ਵਿੱਚ। ਤੁਸੀਂ ਸਾਡੀ ਪਹਿਲਾਂ ਤਾਂ ਪੈਨ ਡਰਾਈਵ ਹੈ ਪੂਰੇ ਜਪਜੀ ਸਾਹਿਬ ਦੀ ਲੜੀਵਾਰ ਵਿਆਖਿਆ। ਅੱਛਾ ਜੀ।
ਉਹ ਤੁਸੀਂ ਸੁਣਨੀ ਆ। ਦੂਜਾ ਇੱਕ ਪੁਸਤਕ ਬਣੀ ਹੈ ਸਚਿਆਰਾ ਕਿਵੇਂ ਬਣੀ ਹੈ, ਉਹਦੇ ਵਿੱਚ ਸਿੰਗਲ ਲਾਈਨ ਮੀਨਿੰਗ ਨੇ। ਅੱਛਾ ਜੀ। ਸੰਜੋਗ ਯੁਗ ਦੇ ਕਾਰ ਚਲਾਵਾ ਹੈ। ਸੋ ਜਦੋਂ ਅਸੀਂ ਪਹਿਲੀ ਪੌੜੀ ਤੋਂ ਜਿਹੜਾ ਕੁੜਿਆਰ ਤੋਂ ਸਚਿਆਰ ਬਣਨ ਜਾਣ ਵਾਲਾ ਮਨ ਹੈ, ਉਹ ਜਿਹੜੀ ਡਿਜ਼ਾਇਰ ਕਰਦਾ ਹੈ, ਉਹਨੂੰ ਕਿਹਾ ਜੇ ਤੂੰ ਸੱਚ ਦੀ ਸੰਗਤ ਕਰੇ ਤਾਂ ਇਹ ਸੰਜੋਗ ਹੈ, ਜੇ ਆਪਣੇ ਅਵਗੁਣਾਂ ਨੂੰ ਛੋੜਨ ਦੀ ਸੋਚੇ ਤਾਂ ਇਹ ਵਿਜੋਗ ਹੈ। ਅਵਗੁਣਾਂ ਨੂੰ ਛੋੜਨਾ ਵਿਜੋਗ ਹੁੰਦਾ ਹੈ, ਸੱਚੇ ਗੁਣਾਂ ਦੀ ਸੰਗਤ ਕਰਨਾ ਸੰਜੋਗ ਹੁੰਦਾ ਹੈ। ਸੰਜੋਗ ਯੋਗ ਦੋਏ ਕਾਰ ਚਲਾਵੇ ਮੇਰਾ ਮਨ। ਅੱਛਾ। ਜੈਸੇ ਲੇਖੇ ਲਿਖਦਾ ਵੈਸੇ ਇਹਦੇ ਭਾਗ ਹੀ ਆਉਂਦੇ ਨੇ। ਜੇ ਇਹ ਸੰਜੋਗ ਦੇ ਲੇਖੇ ਲਿਖਦਾ ਹੈ ਤਾਂ ਚੰਗਿਆਈਆਂ ਬੁਰਾਈਆਂ ਵਾਚੇ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਨੇੜੇ ਹੋ ਜਾਂਦਾ, ਸੰਜੋਗ ਹੋ ਜਾਂਦਾ ਤੇ ਦੂਰ ਹੋ ਜਾਂਦਾ। ਜੇ ਆਪਣੇ ਅਵਗੁਣਾਂ ਦੇ ਲੇਖੇ ਦੇ ਵਿਚਕਾਰ ਫਸਦਾ ਹੈ ਤਾਂ ਦੂਰ ਹੋ ਜਾਂਦਾ ਹੈ। ਸੋ ਇਹ ਸੰਜੋਗ ਵਿਜੋਗ ਵਿਆਹ ਸ਼ਾਦੀ ਵਾਲੇ ਨਹੀਂ ਨੇ। ਓਕੇ, ਲੋਟ ਆਫ ਥੈਂਕ ਯੂ ਵੈਰੀ ਮਚ। ਪਰ ਮੇਰੀ ਰਿਕੁਐਸਟ ਹੈ, ਤੁਸੀਂ ਮੈਨੂੰ ਲੱਗਦਾ ਹੈ ਮੇਰੇ ਬਜ਼ੁਰਗ ਪਾਪਾ ਜੀ ਦੇ ਬਰਾਬਰ ਹੋ, ਮੈਂ ਸਤਿਕਾਰ ਤੁਹਾਨੂੰ ਦੇਣਾ ਚਾਹੁੰਦਾ। ਤਾਂ ਮੈਂ ਇਹ ਵੀ ਮੰਨਦਾ ਕਿ ਤੁਸੀਂ ਬਾਣੀ ਪੜ੍ਹਦੇ ਹੋ, ਮੈਂ ਇਹ ਵੀ ਮੰਨਦਾ ਕਿ ਤੁਸੀਂ ਬਾਣੀ ਦੇ ਖੋਜੀ ਹੋ। ਤਾਂ ਮੈਂ ਰਿਕੁਐਸਟ ਕਰਦਾ ਕਿ ਤੁਸੀਂ ਉਹ ਜ਼ਰੂਰ ਪੜ੍ਹਨਾ, ਡੈਫੀਨੇਟਲੀ ਸੁਣਨਾ। ਥੈਂਕ ਯੂ। 2 ਬੱਚੇ ਜਨਮ ਲੈਂਦੇ ਨੇ। ਹਾਂਜੀ। ਇੱਕ ਤੇ ਝੁੱਗੀ ਝੋਪੜੀ 'ਚ ਲੈਂਦਾ, ਇੱਕ ਝੁੱਗੀ ਝੋਪੜੀ ਜਨਮ ਲੈਂਦਾ ਹੈ, ਝੁੱਗੀ ਝੋਪੜੀ 'ਚ ਲੈਂਦਾ ਹੈ। ਦੂਜਾ ਰਾਜ ਮਹਿਲ ਵਿੱਚ ਸੇਮ ਟਾਈਮ ਤੇ। ਹਾਂਜੀ। ਹੁਣ ਦੋਨਾਂ 'ਚੋਂ ਕਿਸਮਤ ਵਾਲਾ ਕਿਹੜਾ ਹੈ? ਦੋਨਾਂ 'ਚੋਂ ਜੋ ਚੰਗੇ ਗੁਣ ਲੈਂਦਾ ਉਹ ਕਿਸਮਤ ਵਾਲਾ। ਸਾਡੇ ਸੈਮੀਨਾਰ ਦਾ ਅੱਜ ਦਾ ਹੈ, ਅਸੀਂ ਪੈਰਾਡਿਮ ਸ਼ਿਫਟ ਕਰਨਾ ਚਾਹੁੰਦੇ ਹਾਂ ਕਿ ਇੰਝ ਸੋਚਣਾ ਅਸੀਂ। ਦੂਸਰੇ ਸਾਈਡ ਨੇ ਜੋ ਚੰਗੇ ਗੁਣ ਲੈਂਦਾ ਹੈ ਉਹ ਕਿਸਮਤ ਵਾਲਾ ਹੈ। ਅਸੀਂ ਅੱਜ ਦੇ ਸੈਮੀਨਾਰ ਵਿੱਚ ਇਹ ਡਿਸਕਸ ਕੀਤਾ ਕਿ ਆਪਣੇ ਚੰਗੇ ਗੁਣਾਂ ਨੂੰ ਵੈਲਿਊ ਦੇਣੀ ਹੈ ਤਾਂ ਡੈਸਟੀਨੀ ਬਣਦੀ ਹੈ। ਉਹਨੂੰ ਫੋਰਚੂਨੇਟ ਕਹਿੰਦੇ ਨੇ। ਜਿਹੜਾ ਅਮੀਰ ਘਰ ਵਿੱਚ 100 ਕਾਰਡ ਜੰਮਿਆ, ਹੁਣ ਮਾਈਕਲ ਜੈਕਸਨ ਸੀ, ਉਹਨੇ ਕਿਤਨੇ ਸਾਰੇ ਡਾਕਟਰ ਵੀ ਰੱਖੇ ਹੋਏ ਸੀ ਔਰ ਉਹਨੂੰ ਹਰ ਵੇਲੇ ਮੌਤ ਦਾ ਡਰ ਵੀ ਰਹਿੰਦਾ ਸੀ, ਔਰ ਕਿਤਨੇ ਸਾਰੇ ਉਹਦੇ ਹੋਮੋਸੈਕਸ਼ੁਅਲਿਟੀ ਦੇ ਰਿਲੇਸ਼ਨਸ਼ਿਪ ਵੀ ਸੀ, ਔਰ ਹਰ ਵੇਲੇ ਉਹਨੇ ਆਪਣੇ ਕਿਤਨੇ ਔਰਗਨਸ ਐਸੇ ਬਣਵਾਏ ਹੋਏ ਸਨ, ਔਰ ਆਪਣੇ ਪੇਰੈਂਟਸ ਦੇ ਨਾਲ ਉਹ ਨਾਰਾਜ਼ ਸੀ ਕਿ ਕਾਲਿਆਂ ਦੇ ਘਰ ਪੈਦਾ ਹੋਇਆ। ਆਪਣਾ ਰੰਗ ਚੇਂਜ ਕਰਾਉਣ ਵਾਸਤੇ ਉਹਨੇ ਕਿੰਨਾ ਕੁਝ ਕੀਤਾ ਸੀ। ਅਮੀਰ ਤੇ ਬੜਾ ਸੀ। ਪਰ ਦੁਨੀਆ ਦੇ ਹਿਸਾਬ ਨਾਲ ਸਾਰੇ ਕਿਸਮਤ ਵਾਲੇ ਉਹਨੂੰ ਕਹਿਣਗੇ ਜਿਹੜਾ ਰਾਜ ਮਹਿਲ ਵਿੱਚ ਪੈਦਾ ਹੋਇਆ। ਤੁਹਾਡਾ ਕੀ ਨਾਂ ਹੈ? ਇੰਦਰਜੀਤ ਸਿੰਘ। ਇੰਦਰਜੀਤ ਸਿੰਘ ਜੀ, ਅਸੀਂ ਜਿਹੜਾ ਸੈਮੀਨਾਰ ਡਿਸਕਸ ਕੀਤਾ ਹੈ ਔਰ ਜੋ ਸਾਨੂੰ ਫਿਊਚਰ ਵਿੱਚ ਵੀ ਡਿਸਕਸ ਕਰਨਾ ਚਾਹੀਦਾ ਹੈ, ਦੁਨੀਆ ਦੇ ਹਿਸਾਬ ਦੇ ਨਾਲ ਨਹੀਂ ਕਰਨਾ ਚਾਹੀਦਾ। ਸਾਨੂੰ ਇਹ ਸੋਚਣਾ ਚਾਹੀਦਾ ਰਿਐਲਿਟੀ ਕੀ ਹੈ। ਉਹਨੂੰ ਅੱਗੇ ਵਧਣ ਦੇ ਜ਼ਿਆਦਾ ਚਾਂਸ ਮਿਲਣਗੇ ਜਿਹੜਾ ਅਮੀਰ ਘਰ ਵਿੱਚ ਪੈਦਾ ਹੋਇਆ। ਹਾਂ, ਦੁਨੀਆ ਸਮਝਦੀ ਹੈ ਅੱਗੇ ਵਧਣਾ ਮੀਨਸ ਬਿਜ਼ਨਸ, ਦੁਨੀਆ ਸਮਝਦੀ ਹੈ ਅੱਗੇ ਵਧਣਾ ਮੀਨਸ ਫੋਰਚੂਨੇਟ ਹੋਣਾ, ਕੈਰੀਅਰ ਬਣਨਾ। ਉਹਦੇ ਗੁਣ ਵੀ ਹੋ ਸਕਦੇ ਨੇ ਉਹਦੇ 'ਚ ਜਿਹੜਾ ਅੱਛੇ ਘਰ ਵਿੱਚ ਪੈਦਾ ਹੋਇਆ। ਹਾਂਜੀ। ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਿਆ ਓਬਾਮਾ, ਉਹਦੀ ਮਾਂ ਅਫਰੀਕਾ ਤੋਂ ਆਈ ਸੀ ਔਰ ਪਿਓ ਦਾ ਅਮਰੀਕਨ ਸੀ, ਲੇਕਿਨ ਉਹ ਗਰੀਬ ਘਰ ਵਿੱਚ ਸੀ ਔਰ ਇਸ ਤੋਂ ਬਾਅਦ ਉਹ ਪੜ੍ਹ ਕੇ ਉੱਥੇ ਦਾ ਉਹ ਬਣ ਗਿਆ, ਪ੍ਰੈਜ਼ੀਡੈਂਟ ਬਣ ਗਿਆ। ਲਾਲ ਬਹਾਦੁਰ ਸ਼ਾਸਤਰੀ ਅਸੀਂ ਸੁਣਿਆ, ਔਰ ਕਿਤਨੇ ਐਸੇ ਸਾਰੇ ਲੋਕਾਂ ਦਾ ਅਸੀਂ ਸੁਣਦੇ ਹਾਂ। ਔਰ ਜਦੋਂ ਅਸੀਂ ਜਿਤਨਾ ਵੀ ਇਤਿਹਾਸ ਸੁਣਿਆ, ਉਸ ਇਤਿਹਾਸ ਵਿੱਚ ਅਸੀਂ ਇਹ ਵੀ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਨ ਗਰੀਬ ਸਿੰਘਨ ਕੋ ਦਿਓ ਪਛਾ ਇਹ ਯਾਦ ਕਰੇ ਅਮਰ ਗੁਰਿਆ। ਉਹ ਕਹਿੰਦੇ ਸੀ ਪਿਛਲੇ ਜਨਮ ਦੀ ਕਿਸਮਤ ਮੱਥੇ ਲਿਖੇ ਭਾਗ ਕਰਮ ਨਾ ਸਭ ਕੁਝ ਖਤਮ, ਤੂੰ ਇੱਥੇ ਇਸ ਵੇਲੇ ਪਾਤਸ਼ਾਹ ਹੈ, ਤੂੰ ਆਪਣੇ ਆਪ ਨੂੰ ਪਾਤਸ਼ਾਹ ਸਮਝ। ਉਹ ਬੀਬੀ ਨੂੰ ਕਹਿੰਦੇ ਨੇ ਤੂੰ ਆਪਣੇ ਆਪ ਨੂੰ ਪ੍ਰਿੰਸੈਸ ਸਮਝ, ਤੁਸੀਂ ਗਰੀਬ ਨਾ ਸਮਝੋ। ਤਾਂ ਇਹ ਵਾਲਾ ਜਿਹੜਾ ਚੜ੍ਹਦੀ ਕਲਾ ਵਾਲਾ ਸੋਚਣੀ ਆਏਗੀ ਤਾਂ ਕਿ ਅਸੀਂ ਇਹ ਦੁਨਿਆਵੀ ਥਾਟ ਤੋਂ ਛੁਟਾਂਗੇ। ਤਾਂ ਅੱਛੇ ਗੁਣ ਜਿਹੜੇ ਲੈਣੇ ਨੇ ਇਹੀ ਸਭ ਤੋਂ ਮਤਲਬ ਯੈਸ ਮੇਨ ਥਾਟ ਹੈ। ਹਾਂਜੀ, ਕੋਈ ਪੜ੍ਹ ਕੇ ਚੰਗੀ ਉੱਚੀ ਪੜ੍ਹਾਈ ਕਰ ਲੈਂਦਾ, ਅਸੀਂ ਸਮਝਦੇ ਹਾਂ ਬੜਾ ਅੱਗੇ ਪਹੁੰਚ ਗਿਆ, ਪਰ ਉੱਚੀ ਪੜ੍ਹਾਈ ਕਰਕੇ ਜਿਸ ਕੁਰਸੀ ਤੇ ਬਹਿੰਦਾ ਉਹਦੇ ਤੇ ਰਿਸ਼ਵਤ ਲੈਂਦਾ ਹੈ, ਉਹਦੇ ਮੱਧੇ ਭਾਗ ਨੇ। ਚੰਗੇ ਗੁਣ ਲੈਣਾ ਹੀ ਅਮੀਰੀ ਹੈ, ਚੰਗੇ ਗੁਣ ਲੈਣਾ ਹੀ ਫੋਰਚੂਨੇਟ ਹੈ, ਚੰਗੇ ਗੁਣ ਲੈਣਾ ਹੀ ਬੈਸਟ ਡੈਸਟੀਨੀ ਹੈ, ਫੋਰਚੂਨੇਟ ਹੈ, ਗੁੱਡ ਲੱਕ ਹੈ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਮੰਨੀ ਵੀਰ ਜੀ ਚੰਡੀਗੜ੍ਹ ਵਾਲੇ ਜੋ ਬੋਲ ਰਹੇ ਸਨ ਸ਼ੇਅਰਿੰਗ ਬਾਰੇ ਕਿ ਵਿਊਜ਼ ਵਗੈਰਾ ਰੱਖਣੇ ਚਾਹੀਦੇ ਨੇ, ਉਹ ਸਾਰੀ ਚੀਜ਼ ਦਾ ਇੱਕ ਕੰਟੈਕਸਟ ਤੁਹਾਨੂੰ ਦੇਣਾ ਚਾਹੁੰਦਾ ਵੀਰ ਜੀ ਦੇ ਸੈਮੀਨਾਰ ਤੋਂ ਸਾਰੀ ਚੀਜ਼ ਨੂੰ ਕੰਕਲੂਡ ਕਰਕੇ। ਅੱਜ ਦਾ ਸੈਮੀਨਾਰ ਹੈ ਦੈਟ ਆਰ ਡੈਸਟੀਨੀ ਇਜ਼ ਨੋਟ ਡਿਸਾਈਡਡ। ਉਹ ਪ੍ਰੀ ਡਿਸਾਈਡ ਨਹੀਂ ਹੈ, ਅਸੀਂ ਆਪਣੀ ਡੈਸਟੀਨੀ ਨੂੰ ਲਿਖ ਸਕਦੇ ਹਾਂ। ਵੈਰੀ ਗੁੱਡ। ਵੀਰ ਜੀ ਨੇ ਇਹ ਵੀ ਗੱਲ ਕੀਤੀ ਕਿ ਜੇ ਦਹੇਜ ਮੰਗਦਾ ਮੁੰਡਾ, ਕਿ ਅਸੀਂ ਕਿਸੇ ਨੇ ਐਫਰਟ ਕੀਤਾ ਕਿ ਉਸ ਚੀਜ਼ ਨੂੰ ਕਿਧਰੇ ਫਿਗਰ ਆਊਟ ਕਰੀਏ ਕਿ ਇਸ ਤਰ੍ਹਾਂ ਦੇ ਪ੍ਰੈਕਟਿਸਿਸ ਹੋਣ ਹੀ ਨਾ।
ਹਾਂ ਜੇ ਅਸੀਂ ਉਸ ਨੂੰ ਪ੍ਰੈਕਟਿਸ ਕੀਤਾ ਹੁੰਦਾ ਤੇ ਫਿਰ ਡੈਸਟੀਨੀ ਥੋੜੀ ਬਣ ਸਕਦੀ ਸੀ। ਹੁਣ ਤੁਹਾਡੇ ਵਿੱਚੋਂ ਸਾਰੇ ਉੱਠ ਕੇ ਕਹਿ ਦਿਓ ਜਿੰਨੇ ਮੁੰਡੇ ਹੈਗੇ ਨੇ ਕਿ ਮੰਮੀ ਪਾਪਾ ਅਸੀਂ ਤੇ ਨਹੀਂ ਲੈਣਾ ਦਹੇਜ, ਫਿਰ ਡੈਸਟੀਨੀ ਚੇਂਜ ਹੋ ਗਈ ਕੁੜੀ ਵਾਲਿਆਂ ਨੇ ਜਿਨ੍ਹਾਂ ਨਾਲ ਤੁਹਾਡਾ ਵਿਆਹ ਹੋਣਾ। ਚੇਂਜ ਕੀਤੀ ਨਾ ਤੁਸੀਂ। ਵੈਰੀ ਗੁੱਡ ਪੁਆਇੰਟ। ਉਹਨੂੰ ਸ਼ੇਅਰ ਪਤਾ ਕੌਣ ਕਰੇਗਾ? ਪਹਿਲੇ ਕੋਈ ਅਗਰ ਉੱਠ ਕੇ ਦੱਸਣਾ ਚਾਹੇ, ਕੋਈ ਸ਼ੇਅਰ ਕਰੇਗਾ ਤੇ ਮੈਂ ਕਹਿਣਾ ਚਾਹਾਂਗਾ ਤੁਸੀਂ ਦੱਸ ਸਕਦੇ ਹੋ? ਕੋਈ ਹੱਥ ਚੁੱਕ ਕੇ ਕਹਿ ਸਕਦਾ ਕਿ ਮੈਂ ਦੱਸਣਾ ਚਾਹੁੰਦਾ ਕਿ ਕਿਉਂ ਸ਼ੇਅਰ ਕਰਨਾ ਚਾਹੀਦਾ? ਚਲੋ ਕੋਈ ਗੱਲ ਨਹੀਂ, ਮੈਂ ਦੱਸਣਾ ਚਾਹੁੰਦਾ ਕਿ ਸ਼ੇਅਰ ਕਿਉਂ ਕਰਨਾ। ਜੇ ਤੁਸੀਂ ਸਮਾਜ ਬਦਲਣਾ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਵੀ ਕੋਈ ਠੱਗੀ ਨਾ ਕਰੇ, ਤੁਸੀਂ ਇਹ ਐਫਰਟ ਲਓ, ਉਸ ਨੂੰ ਤਾਂ ਸ਼ੇਅਰ ਕਰੋ। ਤੁਸੀਂ ਜੋ ਵੀਰ ਜੀ ਨੇ ਐਸ ਡੈਸਟੀਨੀ ਦਾ ਕੀਤਾ ਹੈ, ਇੰਨੇ ਸਾਲਾਂ ਤੋਂ ਵੀਰ ਜੀ ਜੋ ਪ੍ਰੈਕਟਿਸਿਸ ਕਰ ਰਹੇ ਨੇ ਉਹ ਸਮਾਜ ਨੂੰ ਬਦਲਣ ਵਾਸਤੇ ਕਰ ਰਹੇ ਨੇ। ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਰਿਹਾ, ਉਹ ਬੰਦਾ ਬਿਲਕੁਲ ਸ਼ੇਅਰ ਨਹੀਂ ਕਰੇਗਾ ਜੋ ਸਮਾਜ ਨੂੰ ਚੇਂਜ ਹੀ ਨਹੀਂ ਕਰਨਾ ਚਾਹੁੰਦਾ, ਕਿਉਂਕਿ ਉਹ ਤੇ ਇਸ ਕੰਫਰਟ ਜ਼ੋਨ ਵਿੱਚ ਆ ਗਿਆ ਨਾ। ਉਹ ਆਪ ਤੇ ਠੱਗੀ ਕਰਦਾ ਹੀ, ਉਹ ਕਹਿੰਦਾ ਕੋਈ ਨਹੀਂ ਯਾਰ ਮੈਂ ਠੱਗੀ ਨਹੀਂ ਕਰ ਪਾਊਂਗਾ ਕੱਲ੍ਹ ਨੂੰ। ਸ਼ਾਇਦ ਮੇਰਾ ਕੰਟੈਕਸਟ ਸਮਝ ਆ ਰਿਹਾ ਹੋਵੇ ਤੁਹਾਨੂੰ। ਤੇ ਉਸ ਤੋਂ ਬਾਅਦ ਤੁਸੀਂ ਜੇ ਰਿਸ਼ਤਾ ਦੇਖਣ ਜਾਂਦੇ ਹੋ, ਕੁੰਡਲੀਆਂ ਦੇਖਦੇ ਹੋ, ਕੁੰਡਲੀਆਂ ਵਗੈਰਾ ਕਰਦੇ ਹੋ, ਤੇ ਉਹ ਵੀ ਤੇ ਤੁਸੀਂ ਡੈਸਟੀਨੀ ਚੇਂਜ ਕਰ ਸਕਦੇ ਹੋ ਨਾ। ਕਹੋ ਜੀ ਅਸੀਂ ਮੰਨਦੇ ਹੀ ਨਹੀਂ ਕੁੰਡਲੀਆਂ ਦੇ ਵਿੱਚ। ਅਗਰ ਤੁਹਾਡੇ ਵਿਚਾਰ ਨੇ, ਦੋ ਵਿਚਾਰ ਮਿਲੇ ਕਿਸੇ ਦੇ, ਤੁਹਾਡੀ ਸੋਚ ਮਿਲਦੀ ਹੈ, ਉਹਦਾ ਮਿਲਣਾ ਜ਼ਰੂਰੀ ਹੈ। ਕਾਗਜ਼ ਪੱਤਰਾਂ 'ਤੇ ਕੋਈ ਪੰਡਤ ਕੁਛ ਲਿਖ ਦੇਗਾ, ਕੋਈ ਪੰਡਤ ਕੁਛ ਲਿਖ ਦੇਗਾ, ਉਹਦੇ ਨਾਲ ਨਹੀਂ ਤੁਹਾਡੀ ਜੀਵਨ ਦੀ ਲਾਈਫ ਅੱਗੇ ਜਾ ਸਕਦੀ। ਅਤੇ ਡੈਸਟੀਨੀ ਲਿਖਣਾ ਸਾਰਾ ਸਾਡੇ ਹੱਥ ਵਿੱਚ ਹੈ। ਅਤੇ ਇਹ ਮੈਨੂੰ ਵੀਰ ਜੀ ਦੇ ਇਸ ਸੈਮੀਨਾਰ ਵਿੱਚੋਂ ਕਨਕਲੂਜਨ ਮਿਲਿਆ। ਔਰ ਮੈਂ ਅਗੇਨ ਆਈ ਵਿਲ ਸੇ ਐਂਡ ਆਈ ਵਿਲ ਰਿਕੁਐਸਟ ਯੂ ਆਲ ਟੂ ਸ਼ੇਅਰ ਵਾਟ ਐਵਰ ਇਜ਼ ਔਨ YouTube, ਵੋਕਲ ਐਪ 'ਤੇ ਜੋ ਵੀ ਹੈ, ਤੁਸੀਂ ਆਪਣੇ ਸਵਾਲ ਰੱਖੋ, ਸਾਰੀ ਚੀਜ਼ਾਂ ਕਰੋ। ਅਤੇ ਜੇ ਤੁਸੀਂ ਸਮਾਜ ਨੂੰ ਬਦਲਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਕਰੋਗੇ। ਅਤੇ ਜੇ ਕੋਈ ਨਹੀਂ ਸ਼ੇਅਰ ਕਰੇਗਾ, ਮੈਂ ਸੋਚਾਂਗਾ ਉਹ ਅੱਛੇ ਸਮਾਜ ਵਿੱਚ ਰਹਿਣਾ ਹੀ ਨਹੀਂ ਚਾਹੁੰਦਾ। ਇਹ ਸਮਾਜ ਨੂੰ ਅਸੀਂ ਸਾਰੇ ਮਿਲ ਕੇ ਬਣਾਉਂਦੇ ਹਾਂ। ਇੰਨੀ ਸਾਰੀ ਐਫਰਟ ਸਾਡਾ ਹੋ ਸਕਦਾ ਕਿ ਇੱਕ ਬੰਦਾ ਐਟਲੀਸਟ 100 ਬੰਦਿਆਂ ਨਾਲ ਕਨੈਕਟਿਡ ਹੈ, 100 ਬੰਦੇ ਫਿਰ ਅੱਗੇ 10,000 ਨਾਲ ਕਨੈਕਟਿਡ ਨੇ, ਅਤੇ ਅਲਟੀਮੇਟਲੀ ਸਮਾਜ ਬਦਲੇਗਾ। ਔਰ ਇਹ ਡੈਸਟੀਨੀ ਵਾਲੀ ਚੀਜ਼ਾਂ ਵਿੱਚੋਂ ਅਸੀਂ ਨਿਕਲਾਂਗੇ ਔਰ ਹੋਰ ਐਫਰਟਲੈਸਲੀ ਪਿਆਰ ਨਾਲ, ਮਿੱਠ ਬੋਲੜੇ ਸਵਾਲ ਨਾਲ ਅਸੀਂ ਆਪਣੇ ਜੀਵਨ ਨੂੰ ਹੋਰ ਫੁਲਫਿਲਮੈਂਟ ਦੇ ਸਕਾਂਗੇ। ਥੈਂਕ ਯੂ ਵੈਰੀ ਜੋ ਵੀਰ ਜੀ ਨੇ ਦੱਸਿਆ। ਸੋ ਨਾਈਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਮੈਂ ਆਪਣਾ ਪ੍ਰਸ਼ਨ ਰੱਖਾਂ, ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਹਾਂ ਵੀਰ ਜੀ ਦਾ, ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਦੇ ਕੇ ਇਸ ਗੁਰੂ ਸੰਗਤ, ਖਾਲਸਾ ਰੂਪ ਸੰਗਤ ਨੂੰ ਨਹੀਂ ਬਲਕਿ ਪੂਰੇ ਜਗਤ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਸੁਧਾਰਨਾ ਹੈ। ਹੁਣੇ ਵੀਰ ਜੀ ਨੇ ਜੋ ਸ਼ਬਦ ਕਹੇ ਹਨ ਕਿ ਸਾਨੂੰ ਪੋਜ਼ਿਟਿਵ ਐਟੀਟਿਊਡ ਰੱਖਣਾ ਚਾਹੀਦਾ ਹੈ, ਥੈਂਕ ਯੂ ਵੈਰੀ ਮਚ। ਮੈਂ ਉਸ ਨੂੰ ਰਿਲੇਟ ਕਰਾਂਗਾ। ਵੀਰ ਜੀ ਨੇ ਸਾਨੂੰ ਕਿਹਾ ਕਿ ਸਾਨੂੰ ਆਪਣੀ ਜ਼ਿੰਦਗੀ 'ਚ ਪੇਨ ਲੈਣਾ ਚਾਹੀਦਾ ਹੈ ਤਾਂ ਕਿ ਅਸੀਂ ਉਸ ਪੇਨ ਨੂੰ ਸਹਿ ਕੇ ਅੱਗੇ ਵੱਧ ਸਕੀਏ। ਸਤਿਗੁਰੂ ਬਚਨ ਕਮਾਉ ਨੇ ਸੱਚਾ ਇਹੋ ਵਿਚਾਰ, ਇਹ ਗੁਰੂ ਮਹਾਰਾਜ ਨੇ ਸਾਨੂੰ ਦਿੱਤਾ ਹੈ। ਉਸ ਚੀਜ਼ ਨੂੰ ਇਹਨਾਂ ਨੇ ਅੱਜ ਐਕਸਪਲੇਨ ਕਰ ਦਿੱਤਾ ਹੈ। ਔਰ ਇਹ ਕਹਾਂਗਾ ਕਿ ਪੇਨਸ ਅਗਰ ਮੈਂ ਐਕਸਪਲੇਨ ਕਰਾਂ, ਵਟ ਇਜ਼ ਦ ਸਪੈਲਿੰਗ ਆਫ ਪੇਨ? दैट इज ए PAIN, मीन्स I will explain each word in a word, that is positive attitude in negative situation. This is the pain. Positive attitude in negative situation, if you will take and you will follow Veer ji, you will change your life. और मैं इस जगह पे धन्यवाद करना चाहना वीर जी का। 2 लाइन शेयर्स जो उसने लिखे ने, किस कदर शुक्रिया करूं आपका, अल्फाज नहीं आते जुबान पर। हाय हाय, किस कदर शुक्रिया करूं आपका, अल्फाज नहीं आते जुबान पर, आते हैं तो सिर्फ खुदा से एक प्रार्थना कि रोशन हो जिंदगी आपकी, रोशन हो जिंदगी आपकी। ओह थैंक यू वेरी मच। अपना नाम ही बोल दो, अपना नाम बोल दो। ਦਾ ਨਾਮ ਹੈ ਆਗਿਆਪਾਲ ਸਿੰਘ। ਆਗਿਆਪਾਲ ਸਿੰਘ ਜੀ। ਵੀਰ ਜੀ ਮੇਰਾ ਇੱਕ ਛੋਟਾ ਜਿਹਾ ਕੁਐਸਚਨ ਮੈਂ ਕਈਆਂ ਨੂੰ ਪੁੱਛਦਾ ਹਾਂ, ਅੱਜ ਮੈਂ ਤੁਹਾਨੂੰ ਵੀ ਸਿਰਫ ਪੁੱਛਾਂਗਾ, ਉਹ ਕਿਸ ਕੈਟੇਗਰੀ 'ਚ ਜਾਂਦਾ ਉਹ ਜ਼ਰੂਰ ਦੱਸਣਾ। ਉਹ ਰਿਲੇਟਡ ਟੂ ਸਿਰਫ ਮੈਡੀਕਲ ਸਾਇੰਸ ਹੈ। ਡਾਕਟਰ ਸਾਹਿਬ ਵੀ ਬੈਠੇ ਨੇ। ਹਾਂਜੀ। ਕਿ ਕਈ ਬੱਚੇ ਡਿਊਰਿੰਗ ਪ੍ਰੈਗਨੈਂਸੀ ਜਦ ਉਹਨਾਂ ਨੂੰ ਗ੍ਰਹਿਣ ਲੱਗਦਾ ਹੈ, ਉਹ ਕੀ ਚੀਜ਼ ਹੈ, ਤੁਸੀਂ ਉਸ ਨੂੰ ਕਿਸ ਕੈਟੇਗਰੀ ਰੱਖੋਗੇ? ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਜਦ ਉਹ ਜਨਮ ਲੈ ਕੇ ਸੰਸਾਰ 'ਤੇ ਆਉਂਦੇ ਹਨ, ਜਾਂ ਤਾਂ ਉਹਨੂੰ ਉਸ ਚੀਜ਼ ਦਾ ਇਫੈਕਟ ਗ੍ਰਹਿਣ ਦਾ ਹੁੰਦਾ ਹੈ ਕਿਸੇ ਦੇ ਅੰਗ 'ਤੇ, ਜਾਂ ਕਿਸੇ ਦੇ ਮੱਥੇ 'ਤੇ ਦਾਗ ਹੁੰਦਾ ਹੈ। ਉਹ ਕੀ ਚੀਜ਼ ਹੈ? ਉਹ ਮੈਡੀਕਲ ਸਾਇੰਸ ਹੈ ਜਾਂ ਕੀ ਹੈ? ਕਈ ਵਾਰੀ ਉਸ ਨੂੰ ਪੇਰੈਂਟਸ ਉਸ ਨੂੰ ਉਲਟੇ ਰੂਟ ਵੀ ਲੈਂਦੇ, ਕ੍ਰਸ਼ ਵੀ ਲੈਂਦੇ ਹੈ ਕਿ ਸਾਡੀ ਬਦਕਿਸਮਤੀ ਹੈ, ਕਿਉਂ ਹੋ ਗਿਆ ਹੈ। ਮੈਂ ਉਸ ਦਾ ਆਨਸਰ ਤੁਹਾਨੂੰ ਹਾਂਜੀ, ਇਹ ਪ੍ਰੈਗਨੈਂਸੀ ਦੇ ਅੰਦਰ ਸਾਡਾ ਕੋਈ
ਕਮਜ਼ੋਰੀ ਹੁੰਦੀ ਹੈ ਪੇਰੈਂਟਸ ਦੀ, ਨੁਕਸ ਹੁੰਦਾ ਉਹਦੇ ਕਾਰਨ ਹੁੰਦਾ। ਮਤਲਬ ਇਹ ਗ੍ਰਹਿਣ ਨਾਲ ਰਿਲੇਟਡ ਐਸਾ ਕੁਝ ਨਾ ਕਿ ਉਹ ਸੂਰਜ ਔਰ ਚੰਦਰ ਇਸ ਤਰ੍ਹਾਂ? ਹਾਂ, ਇਹਦੇ ਬਾਰੇ ਮੈਡੀਕਲ ਸਾਇੰਸ ਹੀ ਦੱਸੇਗੀ ਸਾਨੂੰ ਕਿ ਗ੍ਰਹਿਣ ਦਾ ਇਫੈਕਟ ਹੁੰਦਾ ਵੀ ਹੈ ਕਿ ਹਾਂ ਹੈ। ਤੇ ਮੈਂ ਕਈਆਂ ਨੂੰ ਪੁੱਛਿਆ ਵੀਰ ਜੀ, ਅੱਜ ਮੈਂ ਸਿਰਫ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਸੀ ਕਿ ਤੁਸੀਂ ਇਸ ਨੂੰ ਕਿਸ ਕੈਟੇਗਰੀ ਰੱਖੋਗੇ? ਹਾਂ, ਇਹ ਮੈਂ ਦੱਸ ਰਿਹਾ ਨਾ, ਜਿਸ ਦਾ ਨਾਂ ਗ੍ਰਹਿਣ ਤੁਸੀਂ ਕਹਿ ਰਹੇ ਹੋ, ਫਰਜ਼ ਕਰੋ ਇੱਥੇ ਕਾਲਾ ਦਾਗ ਹੈ, ਹਾਂਜੀ ਹਾਂਜੀ, ਇਹ ਪ੍ਰੈਗਨੈਂਸੀ ਦੇ ਅੰਦਰ ਔਰ ਜੀਨੈਟਿਕਸ ਥਿਊਰੀ ਦਾ। ਓਕੇ, ਠੀਕ ਹੈ, ਥੈਂਕ ਯੂ ਵੈਰੀ ਮਚ, ਥੈਂਕਸ ਅ ਲੋਟ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਕੁਐਸਚਨ ਇਹ ਸੀਗਾ ਕਿ ਜਿੱਦਾਂ ਇਹਦਾ ਟੌਪਿਕ ਕਿਸਮਤ ਸੀ, ਹਾਂਜੀ, ਮੈਂ ਤਾਂ ਕਿਸਮਤ ਨੂੰ ਨਹੀਂ ਮੰਨਦਾ। ਵਾਹ, ਕਿ ਕਿਸਮਤ ਕੀ ਹੁੰਦੀ ਹੈ, ਔਰ ਅਗਰ ਕਿਸਮਤ ਨੂੰ ਮੰਨਣਾ ਤਾਂ ਇਹ ਵੀ ਕਹਾਂਗਾ ਕਿ ਮੇਰੇ ਮਾਪਿਓ ਵੀ ਅੱਛੇ, ਮੇਰਾ ਵਿਆਹ ਹੋਇਆ, ਮੇਰੀ ਵਾਈਫ ਵੀ ਅੱਛੀ, ਮੇਰੇ ਸਹੁਰੇ ਵੀ ਚੰਗੇ, ਮੇਰਾ ਸਰਕਲ ਵੀ ਚੰਗਾ, ਗੁੱਡ। ਲੇਕਿਨ ਮੇਰਾ ਕੁਐਸਚਨ ਉਸ ਤੋਂ ਹੀ ਰਿਲੇਟਿਡ ਹੈ, ਹੋ ਸਕਦਾ ਸਭ ਦੇ ਮਨ ਵਿੱਚ ਵੀ ਇਹ ਕੁਐਸਚਨ ਹੋਏ, ਜਿਵੇਂ ਕਿ ਆਪਾਂ ਗੁਰਬਾਣੀ ਪੜ੍ਹਦੇ ਹਾਂ, ਉਹਨੂੰ ਅਗਰ ਆਪਾਂ ਆਪਣੇ ਭਾਗ ਸਮਝੀਏ ਕਿ ਸਾਨੂੰ ਪੜ੍ਹਨ ਦਾ ਰੋਜ਼ ਮੌਕਾ ਮਿਲਦਾ ਹੈ, ਅਤੇ ਆਪਾਂ ਜਿਸ ਵਕਤ ਬਾਣੀ ਪੜ੍ਹ ਰਹੇ ਹੁੰਦੇ ਹਾਂ ਸਾਡਾ ਦਿਮਾਗ ਬਾਣੀ ਵਿੱਚ ਨਹੀਂ ਹੁੰਦਾ। ਜਿੰਨੀ ਆਪਾਂ ਕੋਸ਼ਿਸ਼ ਕਰੀਏ ਬਾਣੀ ਨੂੰ ਪੂਰੇ ਧਿਆਨ ਨਾਲ ਪੜ੍ਹਨ ਦੀ, ਸਾਡਾ ਦਿਮਾਗ ਕਈ ਵਾਰੀ ਕਿਸੇ ਹੋਰ ਗੱਲ ਵੱਲ ਘੁੰਮ ਰਿਹਾ ਹੁੰਦਾ ਹੈ, ਕਈ ਵਾਰੀ ਕਿਸੇ ਹੋਰ ਗੱਲ ਵੱਲ ਘੁੰਮ ਰਿਹਾ ਹੁੰਦਾ ਹੈ। ਅੱਜ ਇੱਥੇ ਇੰਨੀਆਂ ਗੱਲਾਂ ਹੋਈਆਂ ਨੇ, ਸਾਨੂੰ ਇੱਥੇ ਵੀ ਬਹੁਤ ਚੰਗੀਆਂ ਲੱਗ ਰਹੀਆਂ ਨੇ, ਬਹੁਤ ਸਾਰੇ ਐਪਰੀਸ਼ੀਏਟ ਕਰ ਰਹੇ ਨੇ, ਅੱਛੀਆਂ ਨੇ, ਲੇਕਿਨ ਜਿੱਦਾਂ ਹੀ ਥੋੜ੍ਹਾ ਜਿਹਾ ਬਾਹਰ ਨਿਕਲਣਗੇ, ਬਾਹਰ ਦੇ ਮਾਹੌਲ ਦੇ ਵਿੱਚ ਹੋਣਗੇ, ਬਹੁਤ ਚੀਜ਼ਾਂ ਆਪਾਂ ਭੁੱਲ ਜਾਵਾਂਗੇ। ਭਾਵੇਂ ਦਹੇਜ ਦੀ ਗੱਲ ਹੋ ਰਹੀ ਹੈ, ਭਾਵੇਂ ਨੌਜਵਾਨ ਦੀ ਗੱਲ ਹੋ ਰਹੀ ਹੈ। ਅਤੇ ਮੇਰਾ ਸਿਰਫ ਇੰਨਾ ਕੁਐਸਚਨ ਹੈ ਕਿ ਆਪਾਂ ਕੀ ਐਸਾ ਮਨ ਦੇ ਵਿੱਚ ਧਾਰੀਏ ਕਿ ਆਪਾਂ ਗੁਰਬਾਣੀ ਨੂੰ ਵੀ ਪੂਰੇ ਧਿਆਨ ਨਾਲ ਪੜ੍ਹ ਸਕੀਏ ਜਾਂ ਧਿਆਨ ਲਗਾ ਸਕੀਏ, ਉਸ ਕੋਸ਼ਿਸ਼ ਨੂੰ ਬਣਾ ਸਕੀਏ। ਅਤੇ ਇਹੋ ਜਿਹੀ ਜੋ ਸਾਨੂੰ ਸਮਾਜ ਸੁਧਾਰਨ ਦੀ ਗੱਲਾਂ ਨੇ, ਇਹ ਸਾਨੂੰ ਅਗਰ ਆਪਾਂ ਕੁਛ ਗਲਤ ਕਰੀਏ ਜਾਂ ਕੁਛ ਗਲਤ ਵੇਖੀਏ ਅਤੇ ਸਾਨੂੰ ਇਹ ਚੀਜ਼ਾਂ ਯਾਦ ਰਹਿਣ ਉਸ ਟਾਈਮ 'ਤੇ। ਐ ਨਹੀਂ ਕਿ ਸਿਰਫ ਇੱਥੇ ਆਡੀਟੋਰੀਅਮ 'ਚ ਆਪਾਂ ਆਏ, ਆਪਾਂ ਸਿਰਫ ਗੱਲਾਂ ਸੁਣ ਲਈਆਂ ਅਤੇ ਆਪਾਂ ਸੁਣ ਕੇ ਚਲੇ ਗਏ। ਸਿਰਫ ਮੇਰਾ ਕੁਐਸਚਨ ਇੰਨਾ ਹੈ। ਹਾਂ, ਹੁਣ ਜਿਸ ਤਰ੍ਹਾਂ ਫਰਜ਼ ਕਰੋ ਅਸੀਂ ਲਿਵਿੰਗ ਟ੍ਰੈਜਰ ਸੈਮੀਨਾਰਸ ਕਰਦੇ ਹਾਂ, ਪਰ ਸਾਡੇ ਲਿਵਿੰਗ ਟ੍ਰੈਜਰ ਦੇ ਕਰਨ ਤੋਂ ਬਾਅਦ ਜਿਨ੍ਹਾਂ ਨੂੰ ਸਮਝ ਆਉਂਦੀ ਹੈ ਉਹ ਚੈਰਿਟੀ ਕਰਦੇ ਨੇ, ਉਹ ਗਰੀਬਾਂ ਦਾ ਹੱਥ ਪਕੜਦੇ ਨੇ, ਜਿਹੜੇ ਗਰੀਬ ਬੱਚੇ ਭੀਖ ਮੰਗਦੇ ਨੇ ਉਹਨਾਂ ਨੂੰ ਪੜ੍ਹਾ ਕੇ ਪੈਰਾਂ 'ਤੇ ਖੜ੍ਹੇ ਕਰਨ ਦਾ ਕੰਮ ਕਰਦੇ ਨੇ, ਔਰ ਸਾਦਾ ਵਿਆਹ ਕਰਾਉਂਦੇ ਨੇ, ਹੈ ਨਾ। ਇਸ ਤਰੀਕੇ ਦੇ ਨਾਲ ਅਸੀਂ ਜੋ ਪ੍ਰੈਕਟਿਸ ਕਰਦੇ ਜਾਂਦੇ ਹਾਂ, ਉਹ ਪ੍ਰੈਕਟਿਸ ਦੇ ਨਾਲ ਅਸੀਂ ਪ੍ਰੈਕਟੀਕਲ ਰਹਿੰਦੇ ਹਾਂ। ਜੇ ਅਸੀਂ ਉਹ ਪ੍ਰੈਕਟਿਸ ਨਹੀਂ ਕਰਦੇ ਤਾਂ ਫਿਰ ਇਸ ਆਡੀਟੋਰੀਅਮ ਤੋਂ ਬਾਹਰ ਨਿਕਲ ਕੇ ਜ਼ੀਰੋ ਹੋ ਜਾਂਦਾ। ਇਹਦਾ ਮਤਲਬ ਸਾਨੂੰ ਉਹ ਪ੍ਰੈਕਟਿਸ ਕਰਨਾ ਪਏਗਾ, ਭਾਵੇਂ ਸੰਸਥਾ ਰੂਪ ਵਿੱਚ ਕਰੀਏ, ਭਾਵੇਂ ਇਕੱਲੇ ਕਰੀਏ, ਪਰ ਇਕੱਲੇ ਕਰਨੀ ਚਾਹਵੇ ਕਿ ਈਗੋ ਆ ਜਾਂਦੀ ਹੈ ਵੀ ਮੈਂ ਕੀਤਾ, ਹਾਂਜੀ, ਹੈ ਨਾ। ਇਸ ਕਰਕੇ ਸੰਸਥਾ ਰੂਪ ਵਿੱਚ ਕਰਦੇ ਹਾਂ, ਕਿਉਂਕਿ ਸੰਸਥਾ ਰੂਪ ਵਿੱਚ ਅਕਾਊਂਟ ਦੀ ਟਰਾਂਸਪੇਰੈਂਸੀ ਤੋਂ ਲੈ ਕੇ ਸਾਰਿਆਂ ਦਾ ਰਲ ਕੇ ਕੰਮ ਕਰਨ ਦੇ ਨਾਲ ਆਪਣੀ ਈਗੋ ਵੀ ਨਹੀਂ ਆਉਂਦੀ ਔਰ ਅਸੀਂ ਭਟਕਦੇ ਵੀ ਨਹੀਂ ਹਾਂ। ਜਿਵੇਂ ਕਿ ਮੈਂ ਇੱਕ ਲਾਈਨ 'ਚ ਕਹਾਂ, ਜਿਵੇਂ ਤੁਸੀਂ ਕਿਹਾ, ਅੱਜ ਇੱਕ ਗੱਲ ਪਤਾ ਲੱਗੀ ਕਿ ਮਨ ਤੇ ਹੁੰਦਾ ਹੀ ਨਹੀਂ, ਆਤਮਾ ਹੁੰਦੀ ਹੈ। ਨਹੀਂ, ਆਤਮਾ ਨੂੰ ਹੀ ਮਨ ਕਹਿੰਦੇ ਨੇ ਜਾਂ ਮਨ ਨੂੰ ਆਤਮਾ ਕਹਿੰਦੇ ਨੇ, ਹਾਂਜੀ, ਜੋ ਵੀ ਆਤਮਾ ਨੂੰ ਹੀ ਮਨ ਕਹਿੰਦੇ ਨੇ। ਅਤੇ ਮੈਂ ਸਿਰਫ ਇੰਨਾ ਹੀ ਪੁੱਛਾਂਗਾ ਕਿ ਉਸ ਮਨ ਨੂੰ ਆਪਾਂ ਕਿਵੇਂ ਕੰਟਰੋਲ ਕਰੀਏ ਕਿ ਕਿਤੇ ਹੋਰ ਨਾ ਭੱਜੇ। ਹਾਂ, ਬਾਣੀ ਕਹਿੰਦੀ ਹੈ ਨਾ, ਮਨ ਸਮਝਾਵਨ ਕਾਰਨ ਕਛੁਕ ਪੜੀਏ ਗਿਆਨ। ਠੀਕ ਹੈ, ਮਨ ਨੂੰ ਸਮਝਾਉਣ ਵਾਸਤੇ ਗਿਆਨ ਦੀ ਲੋੜ ਹੈ। ਠੀਕ ਹੈ, ਬਟ ਗੁਰੂ ਸਾਹਿਬ ਕਹਿੰਦੇ ਨੇ ਕੁੰਭੇ ਬੱਦਾ ਜਲ ਰਿਹਾ ਜਲ ਬਿਨ ਕੁੰਭ ਨਾ ਹੋਏ। ਅੱਗੇ ਕੀ ਕਹਿੰਦੇ ਨੇ, ਗਿਆਨ ਕਾ ਬੱਦਾ ਮਨ ਰਿਹਾ ਹੈ। ਹੁਣ ਇੱਕ ਪੁਆਇੰਟ ਬੜਾ ਬਰੀਕ ਹੈ, ਗੁਰ ਬਿਨ ਗਿਆਨ ਨਾ ਹੋਏ। ਗੁਰ ਦਾ ਮਤਲਬ ਕੀ ਹੈ? ਗੁਰ ਦਾ ਮਤਲਬ ਗੁਰੂ ਜੀ ਨਹੀਂ ਹੈ। ਗੁਰ ਦਾ ਮਤਲਬ ਹੈ ਜੋ ਗਿਆਨ ਹੀ ਸਮਝਾਇਆ, ਉਹ ਵਾਲੇ ਗੁਰ, ਉਹ ਵਾਲੀ ਟੈਕਨੀਕ ਨੂੰ ਜੀਣ ਦੇ ਨਾਲ ਤੈਨੂੰ ਗਿਆਨ ਨਹੀਂ ਹੋਏਗਾ। ਸੋ ਇਹਦਾ ਮਤਲਬ ਸਾਨੂੰ ਪ੍ਰੈਕਟੀਕਲ ਅਮਲੀ ਤੌਰ 'ਤੇ ਉਹ ਪੁਆਇੰਟ 'ਤੇ, ਉਹ ਗੁਰ 'ਤੇ, ਉਹ ਵਿਧੀ 'ਤੇ, ਉਹ ਮੈਥਡ ਨੂੰ ਜੀਣਾ ਹੈ। ਠੀਕ ਹੈ, ਤਾਂ ਮਨ ਟਿਕਾਣੇ ਆ ਜਾਂਦਾ। ਠੀਕ ਹੈ ਜੀ, ਬਹੁਤ ਚੰਗਾ ਲੱਗਿਆ ਅੱਜ ਆ ਕੇ। ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਕੁਲਦੀਪ ਸਿੰਘ ਹੈ। ਥੈਂਕਸ। ਇੱਕ ਗੱਲ ਦੀ ਹੋਰ ਸਮਝ ਆਈ ਕਿ ਲਾਈਫ 'ਚ ਆਪਾਂ ਕੁਛ ਵੀ ਕਰਦੇ ਹਾਂ, ਆਪਾਂ ਵੀ ਕਈ ਵਾਰ ਬੋਲ ਦਿੰਦੇ ਸੀ ਪਹਿਲੇ ਕਿ ਸ਼ਾਇਦ ਸਾਡੇ ਭਾਗਾਂ 'ਚ ਐਸੀ, ਇਸ ਕਰਕੇ ਸਾਨੂੰ ਐਵੇਂ ਹੋਇਆ ਸੀ, ਜਾਂ ਯਾਰੀ ਦੋਸਤੀ ਵਿੱਚ ਬੋਲ ਦਿੰਦੇ ਸੀ। ਲੇਕਿਨ ਕਿਤੇ ਨਾ ਕਿਤੇ ਆਪਾਂ ਕਦੀ ਕੁਛ ਐਸਾ ਕੀਤਾ ਹੈ ਜੋ ਸਾਨੂੰ ਅੱਜ ਉਹਦਾ ਫਲ ਮਿਲ ਰਿਹਾ ਹੈ। ਉਹ ਆਪਾਂ ਇਸੇ ਜਨਮ 'ਚ ਕੀਤਾ ਹੈ, ਕੋਈ ਪਿਛਲੇ ਜਨਮ ਦਾ ਨਹੀਂ ਹੈ, ਉਹ ਸਾਹਮਣੇ ਆ ਰਿਹਾ ਰੋਜ਼। ਪਿਛਲੇ ਜਨਮ ਦਾ ਕੁਛ ਨਹੀਂ ਹੈ ਕਿ ਪਿਛਲੇ ਜਨਮ ਤੋਂ ਆਪਾਂ ਬਹੁਤ ਚੰਗੇ ਸੀ ਅਤੇ ਇਸ ਜਨਮ 'ਚ ਉਵੇਂ ਦੇ ਹੋਵਾਂਗੇ। ਬਹੁਤ ਗੱਲਾਂ ਸਮਝ ਆਈਆਂ ਨੇ, ਬਸ ਇਹੀ ਇੱਕ ਕੁਐਸਚਨ ਸੀਗਾ ਕਿ ਮਨ ਨੂੰ ਸ਼ਾਂਤੀ ਦਾ, ਉਹ ਵੀ ਤੁਸੀਂ ਸਮਝਾਤਾ ਹੈ। ਕੀ ਨਾਂ ਹੈ? ਕੁਲਦੀਪ ਸਿੰਘ ਜੀ। ਥੈਂਕਸ ਫॉर ਸ਼ੇਅਰਿੰਗ ਕੁਲਦੀਪ ਸਿੰਘ। ਮੇਰਾ ਕੁਐਸਚਨ ਇਹ ਹੈ ਕਿ ਮੇਰੀ ਮੈਮ ਨੇ ਮੈਨੂੰ ਕਿਹਾ ਕਿ ਮੈਂ ਬਹੁਤ ਲਿਬਰਲ ਚੈਕਿੰਗ ਕਰਦੀ ਹਾਂ,
एंड आई गिव रियली वेरी गुड मार्क्स, और किसी को मैं फेल नहीं करती। और मैंने जो पेपर्स चेक किए हैं दैट इज़ मोस्टली ऑफ द स्टूडेंट्स जो अल्फ़ाबेटिकली स्टार्टिंग पे ABC वाले। नाउ आई बिलोंग, माई नेम इज़ तन्वी एंड सो माई नेम स्टार्ट्स विद T, तो मेरा पेपर उनको चेक करने को नहीं मिला। आई वर्कड रियली वेरी हार्ड, मेरे मार्क्स बहुत अच्छे आते हैं, बट उस पॉइंट ऑफ टाइम पे जब मैंने एग्ज़ाम दिया, क्योंकि मेरा पेपर किसी ऐसे एग्जामिनर ने चेक किया हु लव्स हर सब्जेक्ट, सो उन्हें एकदम परफेक्ट आंसर्स चाहिए, तो उन्होंने मेरी स्कोरिंग अच्छी नहीं की। वही अगर उन मैम ने चेक किया होता जो खुद कह रही हैं कि मैं बहुत लिबरल मार्किंग करती हूँ, तो मेरे भी मार्क्स बहुत अच्छे आए होते। सो ये क्या किस्मत नहीं है कि उन्होंने मेरा पेपर उनको चेक करने को ना मिलके दूसरे को मिला, और जो स्टूडेंट वर्क भी नहीं करता अच्छे से, उसका पेपर उन्होंने चेक किया, इसलिए उन्हें बहुत अच्छे मार्क्स मिले। हाँ, अब आप पहले तो मन बना लो कि ये किस्मत करके है, तो फिर इसमें आप कुछ नहीं ना कर सकते अब, राइट? अब हम इसका कॉज ढूंढेंगे तो कॉज निकलेगा ये सिस्टम में कहीं गड़बड़ है, तो फिर हम इसको किस्मत से तोड़ के, किस्मत के शैल से बाहर आके इसको सिस्टम के ऊपर लगाएंगे, तो फिर हम ऐसे वाला सिस्टम ठीक करेंगे ना। लेकिन सिस्टम तो आगे ठीक होगा। आपका नाम क्या है? तन्वी। हाँ तन्वी, आज क्या करे तन्वी? आज ये कॉन्फिडेंस रखें, मैंने जो लिखा था सही लिखा था, चाहे उसके नंबर कम दो या गलत ज़्यादा दो, इसमें कुछ डिपेंड नहीं करता। मेरे को मालूम है, मेरे को अपना सब्जेक्ट मालूम था, मैंने आंसर सही लिखा है। दुनियावी तौर पे रिपोर्ट कार्ड में आप मेरे को 50% देते हो या 90% दे, इट डजेंट मैटर टू मी। अपना कॉन्फिडेंस गेन करो, पर वो किस्मत में ले जाके गड़बड़ हो जाएगी, फिर वो सिस्टम ठीक नहीं होगा। So I need to be good on my part, and I need to take the initiative to do something to correct the system. Very good, very nice। और इसको किस्मत से नहीं जोड़ूंगी मैं, ठीक है? थैंक यू।